ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਚੈਪਟਰ ਮਿਸਲੇਨੀਅਸ ਕਨਸੈਪਟਸ ਇਹ ਆਪਾਂ ਪਿਛਲੇ ਕੁਝ ਲੈਕਚਰ ਦੇ ਵਿੱਚ ਡਿਸਕਸ ਕਰ ਰਹੇ ਹਾਂ। ਇਸ ਦਾ ਜੋ ਅਗਲਾ ਪਾਰਟ ਹੈ ਕੁਆਲਿਟੀ ਅਸ਼ੋਰੈਂਸ ਟੋਟਲ ਕੁਆਲਿਟੀ ਮੈਨੇਜਮੈਂਟ, ਇਹ ਆਪਾਂ ਅੱਜ ਡਿਸਕਸ ਕਰਾਂਗੇ। ਕੁਆਲਿਟੀ ਅਸ਼ੋਰੈਂਸ ਕੀ ਹੈ ਕਿ ਇੱਕ ਪ੍ਰੈਕਟਿਸ ਹੈ, ਬਰੋਡ ਪ੍ਰੈਕਟਿਸ ਹੈ ਯੂਜ਼ਡ ਫॉर ਅਸ਼ੋਰਿੰਗ ਦ ਕੁਆਲਿਟੀ ਆਫ ਪ੍ਰੋਡਕਟ ਐਂਡ ਸਰਵਿਸਿਜ਼। ਮਤਲਬ ਅਸ਼ੋਰ ਕਰਾਉਣਾ ਕਿ ਸਾਨੂੰ ਇਸ ਕੰਪਨੀ ਦੇ ਵਿੱਚੋਂ ਤੁਹਾਨੂੰ ਪ੍ਰੋਡਕਟ ਦੀ ਸਰਵਿਸਿਜ਼ ਦੀ ਫੁੱਲ ਕੁਆਲਿਟੀ ਮਿਲੇਗੀ। ਦੂਸਰੀ ਅਸੀਂ ਕਹਿ ਸਕਦੇ ਹਾਂ ਸੈੱਟ ਆਫ ਐਕਟੀਵਿਟੀਜ਼ ਇੰਟੈਂਡਡ ਟੂ ਇਨਸ਼ੋਰ ਦੈਟ ਪ੍ਰੋਡਕਟ ਸੈਟਿਸਫਾਈਜ਼ ਦਾ ਕਸਟਮਰ ਇਨ ਏ ਸਿਸਟਮੈਟਿਕ ਐਂਡ ਰਿਲਾਇਬਲ ਮੈਨਰ। ਜੋ ਵੀ ਕਸਟਮਰ ਦੀ ਨੀਡ ਹੈ ਉਸ ਨੂੰ ਪੂਰੀ ਤਰ੍ਹਾਂ ਸਿਸਟਮੈਟਿਕ ਮੈਨਰ ਦੇ ਵਿੱਚ, ਰਿਲਾਇਬਲ ਮੈਨਰ ਦੇ ਵਿੱਚ ਕਸਟਮਰ ਦੀ ਨੀਡ ਨੂੰ ਸੈਟਿਸਫਾਈ ਕਰੇਗੀ। ਮਤਲਬ ਉਹਨੂੰ ਕੁਆਲਿਟੀ ਅਸ਼ੋਰ ਕਰਾਉਣਾ, ਕਿ ਗਰੰਟੀ ਦੇਣਾ ਕਿ ਕੁਆਲਿਟੀ ਇੱਥੇ ਮਿਲੇਗੀ। ਇਟ ਇਨਕਲੂਡਸ ਮੈਨੇਜਮੈਂਟ ਆਫ ਕੁਆਲਿਟੀ ਆਫ ਰਾ ਮਟੀਰੀਅਲ, ਪ੍ਰੋਸੈਸ ਐਂਡ ਪ੍ਰੋਡਕਟ ਐਂਡ ਸਰਵਿਸਿਜ਼ ਰਿਲੇਟਿਡ ਟੂ ਪ੍ਰੋਡਕਸ਼ਨ। ਜਦੋਂ ਰਾ ਮਟੀਰੀਅਲ ਦੀ ਕੁਆਲਿਟੀ ਅਸ਼ੋਰ ਹੋ ਜਾਏ, ਪ੍ਰੋਸੈਸ ਜੋ ਮੈਨੂਫੈਕਚਰਿੰਗ ਹੈ, ਜੋ ਫਲੋਰ ਹੈ ਉੱਥੇ ਕੁਆਲਿਟੀ ਅਸ਼ੋਰ ਹੋ ਜਾਏ, ਪ੍ਰੋਡਕਟ ਦੀ ਕੁਆਲਿਟੀ ਅਸ਼ੋਰ ਹੋ ਜਾਏ, ਤਾਂ ਸਰਵਿਸਿਜ਼ ਦੀ ਕੁਆਲਿਟੀ ਅਸ਼ੋਰ ਹੋ ਜਾਏ, ਉਹ ਫੁੱਲ ਜਿਹੜੀ ਹੈ ਕੁਆਲਿਟੀ ਅਸ਼ੋਰੈਂਸ ਹੈ ਇਸ ਕੰਪਨੀ ਦੀ ਹੋ ਜਾਂਦੀ ਹੈ। It is constant effort made to enhance the quality practice in organization। ਕਿ ਕੁਆਲਿਟੀ ਨੂੰ ਵਧਾਈ ਜਾਣਾ, ਵੱਧ ਤੋਂ ਵੱਧ ਕੁਆਲਿਟੀ ਨੂੰ ਇਨਕਰੀਜ਼ ਕਰੀ ਜਾਣਾ, ਇਹ ਸਾਡਾ ਹੈਗਾ ਕੁਆਲਿਟੀ ਅਸ਼ੋਰੈਂਸ ਦਾ ਇੱਕ ਸਾਰਾ ਪ੍ਰੋਸੈਸ ਹੈ। ਕੁਆਲਿਟੀ ਅਸ਼ੋਰੈਂਸ ਸਿਸਟਮ ਦੀ ਲੋੜ ਕੀ ਹੈ? ਇਟ ਇੰਪਰੂਵਸ ਦਾ ਪ੍ਰੋਡਕਟ ਐਂਡ ਕੁਆਲਿਟੀ ਸਰਵਿਸ। ਜੋ ਸਾਡੀ ਪ੍ਰੋਡਕਟ ਹੈ ਉਸ ਦੀ ਕੁਆਲਿਟੀ, ਉਸ ਦੀ ਸਰਵਿਸ ਜੋ ਹੈ ਉਹ ਇਨਕਰੀਜ਼ ਹੁੰਦੀ ਹੈ, ਇੰਪਰੂਵ ਹੁੰਦੀ ਰਹਿੰਦੀ ਹੈ। ਐਂਡ ਇਟ ਗਿਵਸ ਕੌਨਫੀਡੈਂਸ ਟੂ ਕਸਟਮਰ ਅਬਾਊਟ ਨੀਡ। ਕੌਨਫੀਡੈਂਸ ਮਤਲਬ ਕਸਟਮਰ ਨੂੰ ਇੱਕ ਕੌਨਫੀਡੈਂਸ ਹੁੰਦਾ ਹੈ ਕਿ ਸਾਨੂੰ ਜੋ ਚਾਹੀਦਾ ਹੈ ਇਸ ਕੰਪਨੀ ਤੋਂ ਮਿਲੇਗਾ ਜਦੋਂ ਕੁਆਲਿਟੀ ਅਸ਼ੋਰੈਂਸ ਪੂਰੀ ਫੋਲੋ ਕੀਤੀ ਜਾਵੇ। ਇਟ ਇੰਪਰੂਵਸ ਵਰਕ ਪ੍ਰੋਸੈਸ ਐਫੀਸ਼ੀਐਂਸੀਜ਼, ਮੋਰੇਲ ਐਂਡ ਰਿਡਿਊਸਿਸ ਵੇਸਟੇਜ। ਇਸ ਦੇ ਨਾਲ ਜੋ ਵਰਕ ਪ੍ਰੋਸੈਸ ਇੰਪਰੂਵ ਹੁੰਦਾ ਹੈ, ਜੋ ਐਫੀਸ਼ੀਐਂਸੀ ਜੋ ਹੈ ਉਹ ਇਨਕਰੀਜ਼ ਹੁੰਦੀ ਹੈ, ਇੰਪਲਾਈਜ਼ ਦਾ ਮੋਰੇਲ, ਮੈਨੇਜਮੈਂਟ ਦਾ ਮੋਰੇਲ ਇੰਪਰੂਵ ਹੁੰਦਾ ਹੈ, ਅਤੇ ਵੇਸਟੇਜ ਜਿਹੜੀ ਹੈ ਉਹ ਘਟ ਜਾਂਦੀ ਹੈ, ਕਿਉਂਕਿ ਜਦੋਂ ਖਰਾਬ ਚੀਜ਼ ਨਹੀਂ ਬਣੇਗੀ ਵੇਸਟ ਨਹੀਂ ਹੋਏਗਾ, ਸਕ੍ਰੈਪ ਨਹੀਂ ਇਕੱਠਾ ਹੋਏਗਾ। ਪਿਛਲੇ ਲੈਕਚਰ ਦੇ ਵਿੱਚ ਆਪਾਂ ਕੁਆਲਿਟੀ ਕੰਟਰੋਲ ਨੂੰ ਡਿਸਕਸ ਕੀਤਾ ਸੀ। ਕੁਆਲਿਟੀ ਅਸ਼ੋਰੈਂਸ ਅਤੇ ਕੁਆਲਿਟੀ ਕੰਟਰੋਲ ਦੇ ਵਿੱਚ ਫ਼ਰਕ ਹੈ, ਕਿਉਂਕਿ ਕੁਆਲਿਟੀ ਕੰਟਰੋਲ ਇੱਕ ਪਾਰਟ ਹੈ ਕੁਆਲਿਟੀ ਅਸ਼ੋਰੈਂਸ ਦਾ, ਜਦੋਂ ਕਿ ਜੋ ਕੁਆਲਿਟੀ ਅਸ਼ੋਰੈਂਸ ਹੈ ਉਹ ਫੁੱਲ ਇੱਕ ਪ੍ਰੋਸੈਸ ਹੈ। ਜੇਕਰ ਆਪਾਂ ਦੋਨਾਂ ਦੇ ਵਿੱਚ ਡਿਫਰੈਂਸ ਦੇਖੀਏ ਤਾਂ ਕੁਆਲਿਟੀ ਕੰਟਰੋਲ ਇਟ ਇਜ਼ ਪਾਰਟ ਆਫ ਕੁਆਲਿਟੀ ਮੈਨੇਜਮੈਂਟ ਫੋਕਸਡ ਔਨ ਫੁੱਲਫਿਲਿੰਗ ਕੁਆਲਿਟੀ ਰਿਕੁਆਇਰਮੈਂਟ। ਇਹ ਬਸ ਕੁਆਲਿਟੀ ਰਿਕੁਆਇਰਮੈਂਟ ਹੈ, ਉਹਦੇ 'ਤੇ ਫੋਕਸ ਹੈ ਕਿ ਕੁਆਲਿਟੀ ਪੂਰੀ ਹੋ ਰਹੀ ਹੈ। ਜਦੋਂ ਕਿ ਕੁਆਲਿਟੀ ਅਸ਼ੋਰੈਂਸ ਇਟ ਇਜ਼ ਪਾਰਟ ਆਫ ਕੁਆਲਿਟੀ ਮੈਨੇਜਮੈਂਟ, ਇਹਦਾ ਫੋਕਸ ਕਿੱਥੇ ਹੈ? ਫੋਕਸਡ ਔਨ ਪ੍ਰੋਵਾਈਡਿੰਗ ਕੌਨਫੀਡੈਂਸ ਦੈਟ ਕੁਆਲਿਟੀ ਨੀਡਸ ਵਿਲ ਬੀ ਫੁੱਲਫਿਲਡ। ਉਹਦੇ 'ਚ ਕੁਆਲਿਟੀ ਪੂਰੀ ਕੀਤੀ ਜਾ ਰਹੀ ਹੈ, ਇਹਦੇ 'ਚ ਕੁਆਲਿਟੀ ਦਾ ਕੌਨਫੀਡੈਂਸ ਦਿੱਤਾ ਜਾ ਰਿਹਾ ਕਿ ਤੁਹਾਨੂੰ ਜੋ ਕੁਆਲਿਟੀ ਹੈ ਉਹ ਮਿਲੇਗੀ। ਦੂਸਰਾ ਹੈਗਾ ਕੁਆਲਿਟੀ ਕੰਟਰੋਲ ਦੇ ਵਿੱਚ ਐਕਟੀਵਿਟੀਜ਼ ਐਂਡ ਟੈਕਨੀਕਸ ਯੂਜ਼ ਟੂ ਮੇਨਟੇਨ ਕੁਆਲਿਟੀ, ਯੂਜ਼ਸ ਟੂਲ ਟੂ ਐਲੀਮੀਨੇਟ ਡਿਫੈਕਟ। ਇਹਦੇ ਵਿੱਚ ਜੋ ਹੈ ਕਿ ਟੈਕਨੀਕਸ ਯੂਜ਼ ਹੋ ਰਹੀਆਂ ਕਿ ਜੋ ਕੁਆਲਿਟੀ ਹੈ ਅਸ਼ੋਰ ਕਰਾਵਾਂਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਤੁਹਾਨੂੰ ਸਹੀ ਚੀਜ਼ ਮਿਲੇਗੀ। ਜਦੋਂ ਕਿ ਕੁਆਲਿਟੀ ਅਸ਼ੋਰੈਂਸ ਹੈ ਇਟ ਪ੍ਰੀਵੈਂਟਸ ਫਾਲਟਸ ਐਟਸੈਟਰਾ ਬਾਈ ਮੈਨੇਜਮੈਂਟ ਆਫ ਸਿਸਟਮ ਇਨਕਲੂਡਿੰਗ ਡਾਕੂਮੈਂਟੇਸ਼ਨ ਲਾਈਕ ਆਡਿਟ ਐਟਸੈਟਰਾ। ਇਸ ਦੇ ਵਿੱਚ ਜੋ ਹੈ ਕਿ ਫਾਲਟਸ ਆਉਣ ਹੀ ਨਾ ਦਈਏ, ਮੈਨੇਜਮੈਂਟ ਨੂੰ ਜਿਹੜਾ ਹੈਗਾ ਸਿਸਟਮ ਦੀ ਮੈਨੇਜਮੈਂਟ ਇਸ ਤਰ੍ਹਾਂ ਕਰੀਏ ਕਿ ਪੂਰਾ ਡਾਕੂਮੈਂਟ ਆਡਿਟ ਕਰੀਏ ਕਿ ਜੇਕਰ ਕੋਈ ਫਾਲਟ ਪਹਿਲਾਂ ਤਾਂ ਆਉਣ ਦੀ ਸੰਭਾਵਨਾ ਨਾ ਬਣੇ, ਜੇ ਆਏ ਤਾਂ ਜਲਦੀ ਰੈਕਟੀਫਾਈ ਹੋਏ। ਕੁਆਲਿਟੀ ਕੰਟਰੋਲ ਇਟ ਪ੍ਰੋਸੈਸ ਟੂ ਡਿਟਰਮਿਨ ਕੁਆਲਿਟੀ ਆਫ ਸਰਵਿਸ। ਜਦੋਂ ਕਿ ਜਿਹੜਾ ਕੁਆਲਿਟੀ ਅਸ਼ੋਰੈਂਸ ਹੈ ਉਹ ਇੱਕ ਪੂਰਾ ਸਿਸਟਮ ਹੈ, ਇੱਕ ਪ੍ਰੋਸੈਸ ਨਹੀਂ ਹੈ। ਕੁਆਲਿਟੀ ਨੂੰ ਅਸ਼ੋਰ ਕਰਨ ਦੇ ਲਈ ਕੁਆਲਿਟੀ ਦੀ ਗਰੰਟੀ ਦੇਣ ਵਾਲਾ ਇੱਕ ਪੂਰਾ ਸਿਸਟਮ ਹੈ। ਟੋਟਲ ਕੁਆਲਿਟੀ ਮੈਨੇਜਮੈਂਟ TQM ਜੋ ਕਿ ਅੱਜ ਕੱਲ੍ਹ ਬਹੁਤ ਵਧੀਆ ਕੰਸੈਪਟ ਚੱਲ ਰਿਹਾ ਹੈ, ਇਹ ਕੀ ਚੀਜ਼ ਹੈ? ਇਟ ਇਜ਼ ਕੰਟਰੋਲ ਆਫ ਆਲ ਦਾ ਪ੍ਰੋਸੈਸਿਸ ਆਫ ਐਨ ਆਰਗੇਨਾਈਜੇਸ਼ਨ ਟੂ ਬੈਸਟ ਸੈਟਿਸਫਾਈ ਦਾ ਨੀਡਸ ਆਫ ਕਸਟਮਰ ਇਨ ਮੋਸਟ ਇਕਨੋਮਿਕਲ ਮੈਨਰ। ਕਸਟਮਰ ਜਿਵੇਂ ਚਾਹੁੰਦਾ ਹੈ ਕਿ ਮੈਨੂੰ ਚੀਜ਼ ਚੰਗੀ ਮਿਲੇ ਅਤੇ ਸਸਤੀ ਮਿਲੇ, ਉਹ ਜਦੋਂ ਟੋਟਲ ਕੁਆਲਿਟੀ ਮੈਨੇਜਮੈਂਟ ਵਿੱਚ ਸਾਰੀਆਂ ਪ੍ਰੋਸੈਸਿਸ ਦਾ ਇਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਕਿ ਕੁਆਲਿਟੀ ਵੀ ਸਹੀ ਮਿਲੇ ਅਤੇ ਸਸਤੀ ਵੀ ਮਿਲੇ, ਕਸਟਮਰ ਦੀਆਂ ਨੀਡਸ ਬੈਸਟ ਸੈਟਿਸਫਾਈਡ ਹੋਣ। ਦੈਟ ਇਜ਼ ਦਾ main motive of total quality management. It is a management approach in which there is complete involvement of management, staff, distributors, suppliers and customers in continuous improvement of quality of product and services. ਮੈਨੇਜਮੈਂਟ ਅਪਰੋਚ ਇਸ ਤਰ੍ਹਾਂ ਦੀ ਹੈ ਕਿ ਸਾਰਿਆਂ ਦੀ ਕੰਪਲੀਟ ਇਨਵੋਲਵਮੈਂਟ ਹੈ, ਮੈਨੇਜਮੈਂਟ ਦੀ ਵੀ, ਸਟਾਫ ਦੀ ਵੀ,
ਜੋ ਸਾਡੇ ਸਪਲਾਇਰ ਹੈ, ਜੋ ਡਿਸਟਰੀਬਿਊਟਰ ਹੈ, ਜੋ ਕਸਟਮਰ ਹੈ, ਉਹਨਾਂ ਦੀ ਵੀ ਫੁੱਲ ਜੋ ਹੈਗੀ ਇਨਵੋਲਵਮੈਂਟ ਅਸੀਂ ਵਿੱਚ ਕਰਦੇ ਹਾਂ, ਤਾਂ ਕਿ ਜਿਹੜੀ ਹੈਗੀ ਕੁਆਲਿਟੀ ਆਫ ਪ੍ਰੋਡਕਟ ਐਂਡ ਸਰਵਿਸਿਜ਼ ਜਿਹੜੀ ਉਹਨਾਂ 'ਚ ਕੰਟੀਨਿਊਸ ਇੰਪਰੂਵਮੈਂਟ ਹੁੰਦੀ ਰਹੇ। ਟੋਟਲ ਕੁਆਲਿਟੀ ਲੈਣ ਦੀ ਜਿਹੜੀ ਇਹਦੇ ਵਿੱਚ ਹੈ ਉਹ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ। ਫੰਕਸ਼ਨਸ ਆਫ TQM ਦੇ ਕੀ ਫੰਕਸ਼ਨਸ ਹੈ? ਪਹਿਲਾ ਕੰਮ ਤਾਂ ਇਹ ਹੈ ਟੂ ਮੀਟ ਦਾ ਕਸਟਮਰ ਰਿਕੁਆਇਰਮੈਂਟ, to develop plans and focus on process, to involve employees, to reduce service cost of product, to get benchmarked, मतलब जो गौरमेंट वालों कोई benchmark दिता गया वो लेना, to assure quantified goals, to make strategic planning, to assure quality of product, to increase market value of product and to measure the progress। ये सारे functions है TQM ਦੇ। TQM ਦੇ ਮਾਡਲ ਦੇ ਵਿੱਚ 4 P's 4 P ਹੈਗੇ ਨੇ। ਕਿਹੜੇ ਨੇ? ਪਲੈਨਿੰਗ, ਪੀਪਲ, ਪਰਫਾਰਮੈਂਸ ਐਂਡ ਪ੍ਰੋਸੈਸ। ਤੇ 3 C's ਹੈਗੇ ਨੇ, 3 C ਹੈਗੇ ਨੇ। ਪਹਿਲਾਂ 4 P ਆ ਗਏ, ਪਲੈਨਿੰਗ ਕਰਨਾ, ਪੀਪਲ ਨੂੰ ਲੈਣਾ, ਪਰਫਾਰਮ ਕਰਨਾ, ਪ੍ਰੋਸੈਸ ਡਿਫਾਈਨ ਕਰਨਾ। ਅਲੋਂਗ ਵਿਦ 3 C's ਕੀ ਹੈ? ਕਲਚਰ ਕੀ ਹੈ, ਕਮਿਟਮੈਂਟ ਕੀ ਹੈ, ਕਮਿਊਨੀਕੇਸ਼ਨ। ਇਹ ਤਿੰਨੋਂ ਜਦੋਂ ਪ੍ਰੋਪਰ ਚੱਲਣਗੇ, 4 P ਤੇ 3 C ਜਦੋਂ ਪ੍ਰੋਪਰ ਚੱਲਦੇ ਆ ਤਾਂ TQM ਮਾਡਲ ਜਿਹੜਾ ਉਹ ਪੂਰਾ ਸਕਸੈਸਫੁਲ ਹੁੰਦਾ। ਇੱਕ ਗ੍ਰਾਫ ਦੀ ਫਾਰਮ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਅਸੀਂ 4 ਜਿਹੜੇ P ਹੈਗੇ ਆ, ਪਲੈਨਿੰਗ, ਪੀਪਲ, ਪਰਫਾਰਮੈਂਸ, ਪ੍ਰੋਸੈਸ, TQM ਮਾਡਲ ਦੇ ਵਿੱਚ ਇਹ ਚਾਰੋਂ ਚੀਜ਼ਾਂ ਹੈਗੀਆਂ। ਤੇ 3 ਹਰੇਕ ਥਾਂ ਤੇ 3 C ਹੈ, ਕਲਚਰ, ਕਮਿਟਮੈਂਟ ਐਂਡ ਕਮਿਊਨੀਕੇਸ਼ਨ। ਜੇ ਇਹਨਾਂ ਵਿੱਚੋਂ ਇੱਕ ਵੀ ਜਿਹੜੀ ਹੈਗੀ ਆ C ਕਿਸੇ ਵੀ ਥਾਂ ਤੇ ਫੇਲ ਹੋ ਜਾਵੇ, ਕਲਚਰ ਦਾ ਧਿਆਨ ਨਾ ਰੱਖੀਏ, ਆਪਣੀ ਕਮਿਟਮੈਂਟ ਜਿਹੜੀ ਹੈਗੀ ਹੈ ਉਹ ਉਸ ਤੋਂ ਪਿੱਛੇ ਹੋ ਜਾਈਏ, ਜਾਂ ਕਮਿਊਨੀਕੇਸ਼ਨ ਪ੍ਰੋਪਰ ਨਾ ਰੱਖੀਏ, ਸਾਰੇ ਜਿਹੜੇ ਮੈਨੇਜਮੈਂਟ, ਸਟਾਫ, ਕਸਟਮਰ, ਡਿਸਟਰੀਬਿਊਟਰ, ਉਹਨਾਂ ਦੀ ਕਮਿਊਨੀਕੇਸ਼ਨ 'ਚ ਪ੍ਰੋਬਲਮ ਆ ਜੇ, ਇੱਕ ਵੀ C ਫੇਲ ਹੋ ਜਾਵੇ ਤਾਂ 4 P's ਦਾ ਜਿਹੜਾ ਲਿੰਕ ਹੈ ਉਹ ਬ੍ਰੋਕ ਹੋ ਜਾਂਦਾ ਹੈ, ਉਹਨਾਂ ਦੇ ਵਿੱਚ ਪ੍ਰੋਬਲਮ ਆ ਜਾਏਗੀ, ਟੁੱਟ ਜਾਏਗਾ ਲਿੰਕ, ਤੇ TQM ਮਾਡਲ ਜਿਹੜਾ ਹੈਗਾ ਉਹ ਫੇਲ ਹੋ ਜਾਂਦਾ ਹੈ। ਐਲੀਮੈਂਟਸ ਆਫ TQM ਟੋਟਲ ਕੁਆਲਿਟੀ ਮੈਨੇਜਮੈਂਟ ਦੇ ਵਿੱਚ ਕੀ ਖਾਸ ਐਲੀਮੈਂਟਸ ਨੇ? ਕਸਟਮਰ ਦੇ ਉੱਪਰ ਫੋਕਸ ਕਰਨਾ, ਸਾਰਾ ਫੋਕਸ ਕਸਟਮਰ ਦੀ ਰਿਕੁਆਇਰਮੈਂਟ, ਉਸ ਨੂੰ ਕੀ ਚਾਹੀਦਾ ਹੈ। ਮੈਨੇਜਮੈਂਟ ਦੀ ਕਮਿਟਮੈਂਟ ਦੇ ਉੱਪਰ ਪੂਰਾ ਸਾਨੂੰ ਧਿਆਨ ਦੇਣਾ ਹੈ ਕਿ ਜੋ ਕਮਿਟਮੈਂਟ ਕੀਤੀ ਉਹ ਪੂਰੀ ਹੋਵੇ। ਟੋਟਲ ਪਾਰਟੀਸਪੇਸ਼ਨ ਫਰੋਮ ਟੌਪ ਟੂ ਬੋਟਮ, ਟੌਪ ਮੈਨੇਜਮੈਂਟ ਤੋਂ ਲੈ ਕੇ ਲੋਅਰ ਲੈਵਲ ਦੇ ਵਰਕਰ ਤੱਕ ਹਰੇਕ ਦੀ ਪਾਰਟੀਸਪੇਸ਼ਨ ਹੋਏ, ਹਰੇਕ ਨੂੰ ਆਪਣੀ ਸਲਾਹ ਉਸਦੀ ਪੁੱਛੀ ਜਾਵੇ, ਮੰਨੀ ਜਾਵੇ, ਐਨਾਲਾਈਜ਼ ਕੀਤੀ ਜਾਵੇ। ਸਟੈਟਿਸਟੀਕਲ ਕੁਆਲਿਟੀ ਕੰਟਰੋਲ ਟੈਕਨੀਕਸ ਫॉर ਕੁਆਲਿਟੀ ਇੰਪਰੂਵਮੈਂਟ, ਜੋ ਵੀ ਕੁਆਲਿਟੀ ਕੰਟਰੋਲ ਦੀਆਂ ਟੈਕਨੀਕਸ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਯੂਜ਼ ਕਰਨਾ ਕੁਆਲਿਟੀ ਨੂੰ ਇੰਪਰੂਵ ਕਰਨ ਦੇ ਲਈ। ਦੈਨ ਸਿਸਟਮੈਟਿਕ ਪ੍ਰੋਬਲਮ ਸੋਲਵਿੰਗ ਪ੍ਰੋਸੈਸ, ਇਹ ਵੀ ਅਡੋਪਟ ਕਰਦੇ ਹਾਂ ਤਾਂ ਸਾਰਾ ਜਿਹੜਾ ਸਾਡਾ ਸਿਸਟਮ ਹੈ ਉਹ TQM ਹੈ ਉਹਦੇ ਵਿੱਚ ਪੂਰੀ ਤਰ੍ਹਾਂ ਅਸੀਂ ਸਫਲ ਹੁੰਦੇ ਹਾਂ। ਐਡਵਾਂਟੇਜਸ ਆਫ TQM ਨਾਲ ਕੀ ਫਾਇਦੇ ਹੁੰਦੇ ਨੇ? ਇਨਕਰੀਜ਼ ਇਨ ਕੁਆਲਿਟੀ ਆਫ ਪ੍ਰੋਡਕਟ, ਹੈਂਸ ਮੋਰ ਕਸਟਮਰ ਸੈਟਿਸਫੈਕਸ਼ਨ। ਜੇ ਕੁਆਲਿਟੀ ਵਧੇਗੀ ਤਾਂ ਕਸਟਮਰ ਆਪਣੇ ਆਪ ਸੈਟਿਸਫਾਈ ਹੋਣਗੇ ਤੇ ਹੋਰ ਆਉਣਗੇ, ਉਸ ਦੇ ਨਾਲ ਹੀ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਵਧੇਗਾ ਜਦੋਂ ਸੇਲ ਵਧੇਗੀ। ਰਿਡਕਸ਼ਨ ਇਨ ਕੋਸਟ ਡਿਊ ਟੂ ਲੈਸ ਵੇਸਟੇਜ, ਜੇਕਰ ਕੁਆਲਿਟੀ ਸਹੀ ਹੈ, ਕੋਈ ਵੇਸਟੇਜ ਨਹੀਂ ਹੋ ਰਹੀ ਤਾਂ ਜੋ ਹੈ ਕੋਸਟ ਵੀ ਘਟ ਜਾਂਦੀ ਹੈ, ਵੇਸਟੇਜ ਘਟ ਗਈ ਤਾਂ ਕੋਸਟ ਘਟ ਜਾਂਦੀ ਹੈ। ਇੰਪਰੂਵਮੈਂਟ ਇਨ ਰੈਪੂਟੇਸ਼ਨ ਆਫ ਕੰਪਨੀ ਦੀ ਰੈਪੂਟੇਸ਼ਨ 'ਚ ਵਾਧਾ ਹੁੰਦਾ ਹੈ ਕਿ ਇਸ ਕੰਪਨੀ ਦੀ ਚੀਜ਼ ਬਹੁਤ ਵਧੀਆ ਹੁੰਦੀ ਹੈ। ਇਨਕਰੀਜ਼ ਇਨ ਮੋਰੇਲ ਆਫ ਇੰਪਲਾਈ ਦੀ ਜਦੋਂ ਗੱਲ ਸੁਣੀ ਜਾਂਦੀ, ਉਹਦੀ ਸਲਾਹ, ਉਹਦੀ ਹਰ ਜਗ੍ਹਾ 'ਤੇ ਉਸ ਡਿਸਕਸ਼ਨ ਦੇ ਵਿੱਚ ਉਹਨੂੰ ਹਿੱਸੇਦਾਰ ਮੰਨਿਆ ਜਾਂਦਾ ਹੈ ਤਾਂ ਉਹਨਾਂ ਦਾ ਮੋਰੇਲ ਜੋ ਹੈ ਉਹਨਾਂ ਦਾ ਵਾਧਾ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਇੱਕ ਇੰਪੋਰਟੈਂਟ ਸਮਝਦੇ ਕਿ ਸਾਡੀ ਗੱਲ ਵੀ ਜੋ ਹੈ ਸਹੀ, ਉਹ ਕੰਮ ਵੀ ਬੜੇ ਵਧੀਆ ਆਪਣੇ ਪੂਰਾ ਜ਼ੋਰ ਲਗਾ ਕੇ ਕਰਦੇ ਆ। ਕੁਝ ਡਿਸਐਡਵਾਂਟੇਜਸ ਵੀ ਹੈ TQM ਦੇ, ਕਿਉਂਕਿ ਜਦੋਂ ਟ੍ਰੇਨਿੰਗ ਕਰਨੀ ਹੈ ਸਟਾਫ ਨੂੰ ਪੂਰੀ ਫੁੱਲ ਟ੍ਰੇਨਿੰਗ ਸਮੇਂ 'ਤੇ ਦੇਣੀਆਂ ਪੈਂਦੀਆਂ, ਉਹਨਾਂ ਦੇ ਵਿੱਚ ਕੋਸਟ ਕਾਫੀ ਲੱਗਦੀ ਹੈ। ਅਤੇ ਜਿਹੜੇ ਇਹਨਾਂ ਦੇ ਬੈਨੀਫਿਟਸ ਹੈ TQM ਦੇ, ਲੌਂਗ ਪੀਰੀਅਡ ਬਾਅਦ ਆਉਂਦੇ ਨੇ। ਹੁਣ ਇੱਕ ਵਾਰੀ ਆਪਾਂ ਖਰਚਾ ਕਰਕੇ ਬਹਿ ਜਾਂਦੇ ਹਾਂ, ਸਾਰਾ ਪ੍ਰੋਸੈਸ ਲਾਉਂਦੇ ਹਾਂ, ਇੱਕਦਮ ਉਸਦੇ ਰਿਜ਼ਲਟ ਨਹੀਂ ਆਉਂਦੇ। ਰਿਜ਼ਲਟ ਪਰ ਜਦੋਂ ਆਉਂਦੇ ਨੇ ਬਹੁਤ ਵਧੀਆ ਆਉਂਦੇ ਨੇ, ਪਰ ਲੌਂਗ ਪੀਰੀਅਡ ਬਾਅਦ ਆਉਂਦੇ ਨੇ। ਵਰਕਰਸ ਮੇ ਰਜਿਸਟ ਫॉर ਚੇਂਜ ਐਂਡ ਮੇ ਫੀਲ ਲੈਸ ਸਿਕਿਉਰ ਫॉर ਜੋਬ। ਜਦੋਂ ਇੱਕ ਆਪਾਂ ਚੇਂਜ ਲੈ ਕੇ ਆਉਂਦੇ ਹਾਂ, ਜਦੋਂ TQM ਜਦੋਂ ਵੀ ਫੋਲੋ ਕਰਾਂਗੇ ਤਾਂ ਥੋੜ੍ਹੀ ਚੇਂਜ ਹੁੰਦੀ ਹੈ ਕੰਮ ਦੇ ਵਿੱਚ, ਅਤੇ ਜਿਹੜੇ ਇੱਕ ਪਰਟੀਕੂਲਰ ਇੱਕ ਲੈਵਲ 'ਤੇ ਕੰਮ ਕਰ ਰਹੇ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਚੇਂਜ ਹੋਣਾ ਮੁਸ਼ਕਿਲ ਲੱਗਦਾ, ਉਹਦੇ ਵਾਸਤੇ ਰਜਿਸਟ ਵੀ ਕਰਦੇ ਨੇ। ਇਹ ਸੋਚਦੇ ਕਿ ਸਾਡੀ ਜੋਬਸ ਨਾ ਕਿਤੇ ਚਲੀਆਂ ਜਾਣ, ਸਾਡੇ ਤੋਂ ਇਹ ਕੰਮ ਨਾ ਹੋਇਆ, ਤਾਂ ਇਹ ਜਿਹੜੇ ਥੋੜ੍ਹੇ ਜਿਹੇ ਦੇ ਡਿਸਐਡਵਾਂਟੇਜਸ ਹੈ, ਪਰ ਇਸ ਦੇ ਐਡਵਾਂਟੇਜਸ ਬਹੁਤ ਜ਼ਿਆਦਾ ਨੇ। ਜੇਕਰ ਅਸੀਂ ਡਿਫਰੈਂਸ ਦੇਖੀਏ ਕੰਪਨੀਜ਼ ਜਿਹੜੀਆਂ TQM ਨੂੰ ਯੂਜ਼ ਕਰਦੀਆਂ ਜਾਂ ਨਹੀਂ ਯੂਜ਼ ਕਰਦੀਆਂ,
ਪਹਿਲਾਂ ਦੇਖੀਏ ਕੰਪਨੀ ਯੂਜ਼ਿੰਗ TQM, ਇਹਦੇ 'ਚ ਮੇਨ ਫੋਕਸ ਜਿਹੜਾ ਹੈਗਾ ਉਹ ਕਸਟਮਰ ਦੀ ਰਿਕੁਆਇਰਮੈਂਟ ਨੂੰ ਮੀਟ ਕਰਨਾ ਹੈ। ਜਦੋਂ ਕਿ ਜਿਹੜੀਆਂ TQM ਨੂੰ ਨਹੀਂ ਯੂਜ਼ ਕਰ ਰਹੀਆਂ ਉਹ ਪ੍ਰੋਡਕਟ ਦੀ ਸਪੈਸੀਫਿਕੇਸ਼ਨ 'ਤੇ ਹੀ ਫੋਕਸ ਕਰਦੀਆਂ। ਉਹ ਕਸਟਮਰ ਨੂੰ ਉਸ ਚੀਜ਼ ਦੀ ਕਿੰਨੀ ਕੁ ਲੋੜ ਹੈ ਇਸ ਵੱਲ ਧਿਆਨ ਘੱਟ ਹੁੰਦਾ ਹੈ। ਜੋ ਅਸੀਂ ਪ੍ਰੋਡਕਟ ਦੀ ਸਪੈਸੀਫਿਕੇਸ਼ਨ ਜੋ ਬਣਾ ਚੁੱਕੇ ਹਾਂ ਉਹ ਪੂਰੀ ਹੋਣੀ ਚਾਹੀਦੀ ਹੈ। TQM ਵਾਲੀ ਕੰਪਨੀ ਵਿੱਚ ਵਰਕ ਇਜ਼ ਡਨ ਰਾਈਟ ਐਟ ਫਸਟ ਟਾਈਮ, ਜਦੋਂ ਕਿ ਜਿਹੜੀਆਂ ਨੋਨ TQM ਕੰਪਨੀ ਉੱਥੇ ਰੀਵਰਕ ਦੁਬਾਰਾ ਵੀ ਕਰਨਾ ਪੈ ਜਾਏ ਤਾਂ ਟੋਲਰੇਬਲ ਹੁੰਦਾ ਹੈ। TQM ਦੇ ਵਿੱਚ ਜ਼ੀਰੋ ਐਰਰ ਇਜ਼ ਪੋਸੀਬਲ, ਮਤਲਬ ਇਹ ਵੀ ਪੋਸੀਬਲ ਹੈ ਕਿ ਇੱਥੇ ਕੋਈ ਕੰਮ ਦੇ ਵਿੱਚ ਗਲਤੀ ਨਾ ਹੋਵੇ ਜਾਂ ਬਹੁਤ ਘੱਟ ਐਰਰ ਆਏ, ਗਲਤੀਆਂ ਬਹੁਤ ਘੱਟ ਹੋਣ, ਜਦੋਂ ਕਿ ਨੋਨ TQM ਵਿੱਚ ਐਰਰ ਦੀ ਪੋਸੀਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ। TQM ਕੰਪਨੀ ਵਿੱਚ ਪ੍ਰੋਸੈਸ ਦੇ ਵਿੱਚ ਕੰਟੀਨਿਊ ਇੰਪਰੂਵਮੈਂਟ ਚੱਲਦੀ ਰਹਿੰਦੀ ਹੈ, ਜਦੋਂ ਕਿ ਨੋਨ TQM ਵਿੱਚ ਗ੍ਰੈਜੂਅਲ ਇੰਪਰੂਵਮੈਂਟ ਜਿਹੜੀ ਹੈ ਉਹ ਹੁੰਦੀ ਹੈ ਕਿ ਜਦੋਂ ਜਿਵੇਂ ਜਿਵੇਂ ਇੱਕ ਵਾਰੀ ਹੋ ਗਈ ਉਸ ਤੋਂ ਬਾਅਦ ਫਿਰ ਕਾਫੀ ਦੇਰ ਬਾਅਦ ਉਸ ਨੂੰ ਇੰਪਰੂਵ ਕਰਨਾ ਪੈਂਦਾ ਹੈ, ਜਦੋਂ ਕਿ TQM ਵਾਲੀ ਕੰਪਨੀ ਵਿੱਚ ਲਗਾਤਾਰ ਜੋ ਹੈ ਇੰਪਰੂਵਮੈਂਟ ਚੱਲਦੀ ਰਹੇਗੀ। TQM ਕੰਪਨੀ ਵਿੱਚ ਪ੍ਰੋਬਲਮ ਕੈਨ ਬੀ ਸੋਲਵਡ ਇਨ ਮੋਰ ਇਫੈਕਟਿਵ ਵੇ, ਜਦੋਂ ਕਿ ਨੋਨ TQM ਵਿੱਚ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਬਟ ਸਲੋਅਰ ਰੇਟ, ਅਤੇ ਉਸ ਦਾ ਕੋਈ ਇਫੈਕਟਿਵ ਵੀ ਵੇ ਨਹੀਂ ਹੁੰਦਾ, ਪਰ ਉਸ ਨੂੰ ਪ੍ਰੋਬਲਮ ਨੂੰ ਇੱਕ ਵਾਰੀ ਸੋਲਵ ਕਰਨ ਵੱਲ ਧਿਆਨ ਦਿੱਤਾ ਜਾਂਦਾ ਹੈ। TQM ਕੰਪਨੀ ਵਿੱਚ ਫੋਕਸ ਔਨ ਕੰਟੀਨਿਊਸ ਇੰਪਰੂਵਮੈਂਟ ਇਨ ਆਲ ਸਫੀਅਰਸ ਆਫ ਕੰਪਨੀ, ਜਦੋਂ ਕਿ ਨੋਨ TQM ਵਿੱਚ ਨਾਟ ਫੋਕਸ ਔਨ ਕੰਟੀਨਿਊਸ ਓਵਰਆਲ ਇੰਪਰੂਵਮੈਂਟ ਆਫ ਕੰਪਨੀ ਪਲਾਨ ਐਂਡ ਪੋਲਿਸੀਜ਼। ਇਸ ਦੇ ਵਿੱਚ ਇਹ ਫਰਕ ਹੈ ਦੋਨਾਂ ਕੰਪਨੀਜ਼ ਦੇ ਵਿੱਚ, ਇੱਕ TQM ਯੂਜ਼ ਕਰ ਰਹੀ ਹੈ ਤੇ ਇੱਕ TQM ਨਹੀਂ ਯੂਜ਼ ਕਰ ਰਹੀ। ਤਾਂ TQM ਜਿਹੜੀ ਯੂਜ਼ ਕਰ ਰਹੀ ਹੈ ਉਸ ਦੀ ਪ੍ਰੋਡਕਟ ਕਸਟਮਰ ਦੇ ਕਿਉਂਕਿ ਫੋਕਸ ਕਰਕੇ ਬਣੀ ਹੁੰਦੀ ਹੈ, ਕਸਟਮਰ ਉਸ ਤੋਂ ਜ਼ਿਆਦਾ ਸੈਟਿਸਫਾਈ ਹੁੰਦਾ। ਇੰਪਲੀਮੈਂਟੇਸ਼ਨ ਆਫ TQM ਜਿਹੜੀ ਹੈਗੀ ਹੈ ਟੋਟਲ ਕੁਆਲਿਟੀ ਮੈਨੇਜਮੈਂਟ ਕਿਵੇਂ ਇੰਪਲੀਮੈਂਟ ਕੀਤੀ ਜਾਂਦੀ ਕਿਸੇ ਕੰਪਨੀ ਦੇ ਵਿੱਚ, ਉਹਦੇ ਕੀ ਕੀ ਸਟੈਪਸ ਹੈਗੇ ਹੈ। ਉਹਦੇ CEO ਦਾ ਰੋਲ ਜੋ ਹੈ ਉਹ ਬਹੁਤ ਇੰਪੋਰਟੈਂਟ ਹੈ। ਜਿਹੜਾ ਸਾਡਾ ਚੀਫ ਐਗਜੈਕਟਿਵ ਅਫਸਰ ਹੈ ਉਸ ਦੀ ਕਮਿਟਮੈਂਟ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਹਰੇਕ ਚੀਜ਼ ਦਾ ਉਸਨੂੰ ਪਤਾ ਹੋਏ ਅਤੇ ਉਹ ਹਰੇਕ ਚੀਜ਼ ਨੂੰ ਜਾਣਦਾ ਹੋਏ, ਪ੍ਰੋਸੈਸ ਨੂੰ ਲੀਡ ਕਰ ਸਕਦਾ ਹੋਏ, ਡਾਇਰੈਕਸ਼ਨ ਦੇ ਸਕਦਾ ਹੋਏ, ਪ੍ਰੋਬਲਮ ਸੋਲਵ ਕਰ ਸਕਦਾ ਹੈ, ਹਰੇਕ EMPLOYEE ਨਾਲ ਡੀਲ ਕਰੇ ਅਤੇ ਜਿਹੜਾ ਕੋਈ ਵਧੀਆ ਕੰਮ ਕਰ ਰਿਹਾ ਉਹਨੂੰ ਐਪਰੀਸ਼ੀਏਟ ਕਰੇ, ਜਿਹੜਾ ਨਹੀਂ ਠੀਕ ਕਰ ਰਿਹਾ ਉਹਨੂੰ ਹੋਰ ਸਿਖਾਏ। ਇਸ ਤਰ੍ਹਾਂ ਦੇ ਜਿਹੜੇ ਸਟੈਪਸ ਨੇ ਇਹ CEO ਜਦੋਂ ਸ਼ੁਰੂ ਕਰਦਾ ਹੈ, ਰੋਲ ਆਫ CEO ਬਹੁਤ ਇੰਪੋਰਟੈਂਟ ਹੈ TQM ਕਰਨ ਦੇ ਲਈ। ਪਲੈਨਿੰਗ ਐਂਡ ਔਰਗੇਨਾਈਜੇਸ਼ਨ, ਜੋ ਕਿ ਇਹ ਵੀ ਜਦੋਂ ਅਸੀਂ ਪੂਰਾ ਪ੍ਰੋਜੈਕਟ ਜਦੋਂ ਵੀ ਲੈਂਦੇ ਹਾਂ ਉਹਦੀ ਪੂਰੀ ਪਲਾਨ ਕਰਨਾ, ਫਿਰ ਉਸ ਨੂੰ ਲੌਂਗ ਟਰਮ ਉਸ ਦੀ ਸਟ੍ਰੈਟਜੀ ਬਣਾਉਣੀ, ਔਰਗੇਨਾਈਜ਼ ਕਰਨਾ, ਇਹ ਸਾਰਾ ਜੋ ਹੈ ਇਸ ਦਾ TQM ਦਾ ਬਹੁਤ ਵੱਡਾ ਬੇਸ ਹੈ। ਯੂਜ਼ਿੰਗ ਟੂਲਸ ਐਂਡ ਟੈਕਨੀਕਸ, ਜੋ ਵੀ ਵੈਰਾਈਟੀ ਆਫ ਟੂਲਸ ਐਂਡ ਟੈਕਨੀਕਸ ਜਿਹੜੀਆਂ ਕੰਟੀਨਿਊਸ ਇੰਪਰੂਵਮੈਂਟ ਕਰਨ ਦੇ ਲਈ ਚਾਹੀਦੀਆਂ ਉਹ ਸਾਨੂੰ ਯੂਜ਼ ਕਰਨੇ ਪੈਣਗੇ, ਅਤੇ ਜੋ ਰੂਟੀਨ ਆਪਰੇਸ਼ਨ ਉਹ ਪ੍ਰੋਸੈਸ ਹੈ ਉਹ ਵੀ ਚੱਲੇਗਾ, ਅਤੇ ਨਾਲ ਨਾਲ ਹੋਰ ਇਸ ਨੂੰ ਇੰਪਰੂਵ ਕਰਨ ਵਾਸਤੇ ਵੀ ਪ੍ਰੋਸੈਸ ਨੂੰ ਇੰਪਰੂਵ ਕਰਾਂਗੇ। ਨਵੇਂ ਨਵੇਂ ਟੂਲ ਲੈ ਕੇ, ਟੈਕਨੀਕਸ ਨਵੀਂ ਲੈ ਕੇ, ਕੁਆਲਿਟੀ ਅਸ਼ੋਰੈਂਸ ਯੂਜ਼ ਕਰਕੇ, ਨਾਲ ਦੀ ਨਾਲ ਜੋ ਹੈ ਮੈਨੇਜਮੈਂਟ ਦੀਆਂ ਜੋ ਹੈ ਬਿਹੇਵੀਅਰ, ਐਟੀਟਿਊਡ ਚੇਂਜ, ਉਹ ਸਾਰਾ ਕੁਛ ਇਹਦੇ ਵਿੱਚ ਇਹਨਾਂ ਟੈਕਨੀਕਸ ਦੇ ਨਾਲ, ਟੂਲ ਦੇ ਨਾਲ ਸਾਡੇ ਕੋਲੇ ਆਉਂਦਾ ਹੈ। Education and training employees from top to bottom of an organization should be provided with right level and standard of education and training. ਹਰੇਕ ਪਰਸਨ ਦੀ ਜੋ ਉਸ ਨੂੰ ਲੋੜ ਹੈ ਉਸ ਨੂੰ ਜਰਨਲ ਅਵੇਅਰਨੈਸ ਕਰਾਈ ਜਾਵੇ, ਕੁਆਲਿਟੀ ਮੈਨੇਜਮੈਂਟ, ਕੁਆਲਿਟੀ ਅਸ਼ੋਰੈਂਸ, ਹਰ ਚੀਜ਼ ਦਾ ਉਸ ਨੂੰ ਕੰਸੈਪਟ ਪਤਾ ਹੋਵੇ ਅਤੇ ਉਹ ਪ੍ਰੋਬਲਮ ਜੋ ਹੈ ਸੋਲਵ ਕਰਨ ਦੇ ਕਾਬਲ ਬਣੇ, ਉਸ ਦਾ ਬਿਹੇਵੀਅਰ, ਐਟੀਟਿਊਡ ਸਭ ਕੁਝ ਸਹੀ ਹੋਏ, ਤਾਂ ਇਹ ਸਾਰਾ ਜੋ ਹੈ TQM ਪੋਸੀਬਲ ਹੁੰਦੀ ਹੈ। ਇਨਵੋਲਵਮੈਂਟ ਫਰੋਮ ਟੋਪ ਟੂ ਬੋਟਮ ਇਹ ਵੀ ਵਿੱਚ ਆ ਜਾਂਦਾ ਕਿ ਜਿਹੜਾ ਹੈਗਾ ਜੋ ਵੀ ਸਾਡੇ ਮੈਨੇਜਮੈਂਟ ਹੈ, ਸਟਾਫ ਹੈ, ਟੋਪ ਲੈਵਲ ਤੋਂ ਲੈ ਕੇ ਲੋਅਰ ਲੈਵਲ ਦੇ ਵਰਕਰ ਤੱਕ ਸਾਰੇ ਹੀ ਇਸ ਦੇ ਵਿੱਚ ਇਨਵੋਲਵ ਹੋਣ, ਆਪਣਾ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ। ਜਿੱਥੇ ਕੋਈ ਸਲਾਹ ਵੀ ਕੋਈ ਚੰਗੀ ਦੇ ਰਿਹਾ ਉਸ ਨੂੰ ਐਨਾਲਾਈਜ਼ ਕਰਕੇ ਉਸ ਸਲਾਹ ਨੂੰ ਵੀ ਇੰਪਲੀਮੈਂਟ ਕੀਤਾ ਜਾਵੇ। ਟੀਮ ਵਰਕ ਜੋ ਹੈ ਇਹ ਬਹੁਤ ਹੀ ਵੱਡਾ ਫੀਚਰ ਹੈ TQM ਨੂੰ। ਜਦੋਂ ਟੀਮ ਆਪਣਾ ਕੰਮ ਸਹੀ ਕਰੇਗੀ ਤਾਂ ਹੀ ਗੋਲ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ। ਮੇਜਰਮੈਂਟ ਐਂਡ ਫੀਡਬੈਕ, ਇੰਟਰਨਲ ਐਕਸਟਰਨਲ ਫੀਡਬੈਕ, ਸਾਰਾ ਜੋ ਵੀ ਸਾਡੀ ਕੁਆਲਿਟੀ ਹੈ ਉਸ ਦੇ ਬਾਰੇ ਵਿੱਚ, ਕੰਪੀਟੀਸ਼ਨ ਦੇ ਬਾਰੇ ਦੇ ਵਿੱਚ, ਬੈਂਚ ਮਾਰਕਿੰਗ ਦੇ ਬਾਰੇ ਵਿੱਚ, ਸਾਰਾ ਜੋ ਵੀ ਉਸ ਦਾ ਜੋ ਵੀ ਸਾਡੀ ਪ੍ਰੋਡਕਟ ਹੈ, ਜੋ ਸਾਡਾ ਪ੍ਰੋਸੈਸ ਹੈ ਉਸ ਨੂੰ ਮੇਜਰ ਕੀਤਾ ਜਾਵੇ, ਉਸਦੀ ਫੀਡਬੈਕ ਲਈ ਜਾਵੇ, ਤਾਂ TQM ਜਿਹੜੀ ਹੈ ਉਹ ਅੱਛੀ ਤਰ੍ਹਾਂ ਇੰਪਲੀਮੈਂਟ ਹੋ ਸਕਦੀ ਹੈ।
ਇਨਸ਼ੋਰਿੰਗ ਕੰਡਿਊਸਿਵ ਕਲਚਰ, ਜਿਹੜਾ ਹੈਗਾ ਕਿ ਕੰਟੀਨਿਊਸ ਇੰਪਰੂਵਮੈਂਟ ਤਾਂ ਹੋ ਸਕਦੀ ਹੈ ਜੇਕਰ এনवायरमेंट ਬਹੁਤ ਕੰਡਿਊਸਿਵ ਹੋਵੇ, ਹਰੇਕ ਬੰਦਾ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰੇ, ਅਤੇ ਕੁਆਲਿਟੀ ਅਸ਼ੋਰੈਂਸ ਜਿਹੜੀ ਹੈਗੀ ਹੈ ਉਹ ਤਾਂ ਹੀ ਪੋਸੀਬਲ ਹੈ, TQM ਵੀ ਤਾਂ ਹੀ ਪੋਸੀਬਲ ਹੈ ਜੇਕਰ ਇੱਕ ਆਰਗੇਨਾਈਜੇਸ਼ਨ ਦਾ ਕਲਚਰ ਜਿਹੜਾ ਹੈਗਾ ਕੰਡਿਊਸਿਵ ਹੋਏਗਾ। TQM ਜਿਹੜੀ ਹੈ ਇਹ ਮੈਨੇਜਮੈਂਟ ਲਈ ਵੀ ਬਹੁਤ ਬੈਨੀਫਿਟ ਦਿੰਦੀ ਹੈ, EMPLOYE ਲਈ ਵੀ ਬਹੁਤ ਬੈਨੀਫਿਟ ਦਿੰਦੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਮੈਨੇਜਮੈਂਟ ਲਈ ਕੀ ਬੈਨੀਫਿਟ ਹੈ। ਪ੍ਰੋਵਾਈਡਸ ਇਨਵੈਲਿਊਏਬਲ ਪ੍ਰੋਬਲਮ ਸੋਲਵਿੰਗ ਟੂਲਸ ਫॉर ਮੈਨੇਜਰਸ ਐਂਡ ਸੁਪਰਵਾਈਜ਼ਰ। ਮਤਲਬ ਇਹੋ ਜਿਹੇ ਸਾਨੂੰ ਟੂਲ ਮਿਲ ਜਾਂਦੇ ਜਿਨ੍ਹਾਂ ਦੀ ਕੋਈ ਵੈਸੇ ਵੈਲਿਊ ਨਹੀਂ ਹੈਗੀ। ਜਦੋਂ TQM ਦੇ ਵਿੱਚ ਅਡੋਪਟ ਕਰਦੇ ਹਾਂ, ਇਹ ਵਾਲੀ ਮੈਨੇਜਮੈਂਟ ਲਾਉਂਦੇ ਹਾਂ, ਤਾਂ ਬਹੁਤ ਸਾਰੇ ਪ੍ਰੋਬਲਮ ਸੋਲਵਿੰਗ ਟੂਲ ਸਾਨੂੰ ਪਤਾ ਲੱਗਦੇ ਨੇ। ਡਿਸਪੈਲਸ ਨੈਗੇਟਿਵ ਐਟੀਟਿਊਡ ਖ਼ਤਮ ਕਰਦੀ ਹੈ। ਮੇਕਸ ਅਵੇਅਰ ਅਬਾਊਟ ਪ੍ਰੋਬਲਮਸ ਅਫੈਕਟਿੰਗ ਦਾ ਵਰਕ ਇਨਵਾਇਰਮੈਂਟ ਆਫ ਇੰਡੀਵਿਜੂਅਲ। ਜੋ ਇੱਕ ਇੰਡੀਵਿਜੂਅਲ ਬੰਦਾ ਹੈਗਾ, ਉਸ ਨੂੰ ਜੋ ਪ੍ਰੋਬਲਮ ਜਿਹੜੀਆਂ ਹੈਗੀਆਂ ਉਸ ਦਾ ਕੰਮ ਕਰਨ ਦੇ ਤਰੀਕੇ ਨੂੰ ਅਫੈਕਟ ਕਰ ਰਹੀਆਂ, ਉਹਨਾਂ ਬਾਰੇ ਪਤਾ ਲੱਗਦਾ ਹੈ। ਇਨਕਰੀਜ਼ਿਜ਼ ਐਫੀਸ਼ੀਐਂਸੀ ਐਂਡ ਪ੍ਰੋਡਕਟੀਵਿਟੀ ਵੱਧਦੀ ਹੈ, ਐਫੀਸ਼ੀਐਂਸੀ ਵੱਧਦੀ ਹੈ। ਗੇਨ ਆਫ ਸੈਂਸ ਆਫ ਪਾਰਟੀਸਪੇਸ਼ਨ ਇਨ EMPLOYEES। ਜੋ EMPLOYEES ਦੇ ਵਿੱਚ ਜਿਹੜੀ ਹੈਗੀ ਹੈ ਸੈਂਸ ਹੈ, ਗੇਨ ਆਪਾਂ ਇਨਕਰੀਜ਼ ਹੁੰਦੀ ਹੈ ਕਿ ਮੈਂ ਪਾਰਟੀਸਪੇਟ ਕਰ ਰਿਹਾ ਹਰੇਕ ਜੋ ਡਿਸੀਜਨ ਦੇ ਵਿੱਚ। ਰਿਡਿਊਸਿਸ ਟਰਨਓਵਰ ਰੇਟ, EMPLOYEE ਜ਼ਿਆਦਾ ਜਿਹੜੇ ਹੈਗੇ ਟਰਨਓਵਰ ਨਹੀਂ ਹੁੰਦੇ। ਟਾਰਡੀਨੈਸ ਜਿਹੜੀ ਹੈਗੀ ਹੈ ਉਹ ਘਟ ਜਾਂਦੀ ਹੈ, ਕੋਸਟ ਘਟ ਜਾਂਦੇ ਹੈ, ਐਰਰ ਘਟ ਜਾਂਦਾ ਹੈ, ਅਤੇ ਰੀਵਰਕ ਘਟ ਜਾਂਦਾ। ਇਹ ਇਸ ਦੇ ਮੈਨੇਜਮੈਂਟ ਨੂੰ ਫਾਇਦੇ ਹੁੰਦੇ ਨੇ। ਬੈਨੀਫਿਟਸ ਆਫ TQM ਫॉर EMPLOYE ਦੇ ਲਈ ਜੋ ਫਾਇਦੇ ਨੇ, ਇਟ ਪ੍ਰੋਵਾਈਡਸ ਅਪਰਚੁਨਿਟੀ ਫॉर ਪਰਸਨਲ ਗਰੋਥ ਐਂਡ ਡਿਵੈਲਪਮੈਂਟ ਐਂਡ ਟੂ ਪ੍ਰੈਜੈਂਟ ਰਿਕਮੈਂਡੇਸ਼ਨ। ਉਸ ਦੀ ਪਰਸਨਲ ਗਰੋਥ ਹੁੰਦੀ ਹੈ, ਟ੍ਰੇਨਿੰਗ ਮਿਲਦੀਆਂ, ਡਿਵੈਲਪਮੈਂਟ ਹੁੰਦੀ ਉਸ ਦੀ ਆਪਣੀ, ਅਤੇ ਉਹ ਰਿਕਮੈਂਡੇਸ਼ਨ ਜਿਹੜੀਆਂ ਆਪਣੀਆਂ ਦੇ ਸਕਦਾ ਹੈ, ਅਤੇ ਜਦੋਂ ਉਸ ਦੀਆਂ ਰਿਕਮੈਂਡੇਸ਼ਨ ਮੰਨੀਆਂ ਜਾਂਦੀਆਂ, ਇਹ ਉਹਦਾ ਜਿਹੜਾ ਹੈਗਾ ਆਪਣੇ ਆਪ ਇੱਕ ਗਰੋਥ ਹੁੰਦੀ ਹੈ। ਇਨਕਰੀਜ਼ਿਜ਼ ਇਨੋਵੇਸ਼ਨ ਫॉर ਸੋਲਵਿੰਗ ਪ੍ਰੋਬਲਮ। ਉਸ ਨੂੰ ਜੋ ਹੈ ਨਵੀਆਂ ਟੈਕਨੀਕਸ, ਨਵੀਆਂ ਇਨੋਵੇਸ਼ਨਸ ਉਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਗਰੋ ਕਰਦੀਆਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਇਨਕਰੇਜਿਜ਼ ਡਿਸੀਜਨ ਮੇਕਿੰਗ ਐਟ ਮੋਸਟ ਐਪਰੋਪਰੀਏਟ ਲੈਵਲ। ਉਹ ਜਦੋਂ ਲੋੜ ਪੈਂਦੀ ਹੈ ਤਾਂ ਆਪਣਾ ਡਿਸੀਜਨ ਵੀ ਲੈਂਦਾ ਹੈ, ਉਸ ਨੂੰ ਇਨਕਰੇਜਮੈਂਟ ਮਿਲਦੀ ਹੈ। ਇਨਕਰੀਜ਼ਿਜ਼ ਮੋਟੀਵੇਸ਼ਨ ਐਂਡ ਐਕਸੈਪਟੈਂਸ ਆਫ ਨਿਊ ਆਈਡੀਆ। ਉਸ ਦੇ ਵਿੱਚ ਨਵੇਂ ਜਿਹੜੇ ਆਈਡੀਆ ਨੂੰ ਲੈਣ ਦੀ ਜਿਹੜੀ ਹੈਗੀ ਹੈ ਮੋਟੀਵੇਸ਼ਨ ਵੱਧਦੀ ਹੈ। ਐਂਡ ਇਨਕਰੀਜ਼ਿਜ਼ ਜੋਬ ਸੈਟਿਸਫੈਕਸ਼ਨ। ਉਸ ਨੂੰ ਸੈਟਿਸਫਾਈ ਹੁੰਦਾ ਕੰਮ ਕਰਕੇ, ਉਸ ਨੂੰ ਜੋਬ ਸੈਟਿਸਫੈਕਸ਼ਨ ਮਿਲਦੀ ਹੈ। ਅੱਜ ਦਾ ਇਹ ਲੈਕਚਰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਨੈਕਸਟ ਲੈਕਚਰ ਦੇ ਵਿੱਚ ਆਪਾਂ ਇਸ ਚੈਪਟਰ ਦਾ ਆਖਰੀ ਟੌਪਿਕ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਉਹ ਡਿਸਕਸ ਕਰਾਂਗੇ।